ਜਾਮ ਗੁਰੂ ਹੋਏ ਵੱਲ ਤਨੈ ਕਿਆ ਕਾਰ ਵਦਿਜੈ। ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ। ਜਾਮ ਗੁਰੂ ਹੋਏ ਵੱਲ ਜਾਮ ਗੁਰੂ ਹੋਇ ਵੱਲ ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਇ ਵੱਲ ਗਿਆਨ ਅਰ ਧਿਆਨ ਅਨੰਨ ਪਰ। ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸਚਾ ਘਰ। ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਬਹਿ ਧਰੈ ਸੋ ਜਨਮ ਮਰਨ ਦੋਹਥੇ ਰਹੈ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰਮ ਸਨਮਾਨਯੋਗ ਸ਼ਤਰ ਚਵਰ ਤਖਤ ਦੇ ਮਾਲਿਕ ਰਹਿਮਤਾਂ ਦੇ ਮੁਜੱਸਮੇ ਵਾਲੀਏ ਕੁਲ ਆਲਮ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਕੱਦਸ ਗੋਦ ਵਿੱਚ ਸੁਭਾਈਮਾਨ ਸਤ ਸੰਗੀ ਜਨੋ ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਵਿੱਚ ਬੈਠ ਕੇ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਹੁਣ ਆਓ ਕੁਝ ਕੁ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਅੱਜ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ, ਜਿਸ ਦੇ ਸੰਬੰਧ ਵਿੱਚ ਆਪਾਂ ਸਵੇਰੇ ਵੀ ਵਿਚਾਰਾਂ ਕੀਤੀਆਂ ਸਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਸੰਖੇਪ ਰੂਪ ਵਿੱਚ ਆਪਾਂ ਵਿਚਾਰਿਆ ਸੀ। ਪ੍ਰਕਾਸ਼ ਤੋਂ ਲੈ ਕੇ ਗੁਰਤਾ ਗੱਦੀ ਕਰਨ ਤੱਕ ਆਪਾਂ ਸਵੇਰ ਦੇ ਦੀਵਾਨਾਂ ਦੇ ਵਿੱਚ ਵਿਚਾਰਿਆ ਸੀ। ਗੁਰਤਾ ਗੱਦੀ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਹੁਣ ਆਪਾਂ ਵਿਚਾਰ ਕਰਨੀ ਹੈ ਸੰਖੇਪ ਰੂਪ ਦੇ ਵਿੱਚ। ਸੋ ਆਓ ਵਿਚਾਰ ਆਰੰਭਣ ਤੋਂ ਪਹਿਲਾਂ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ।
ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੇ ਦੀਵਾਨਾਂ ਵਿੱਚ ਆਪਾਂ ਵਿਚਾਰਿਆ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਦੇ ਵਿੱਚ ਪਿਤਾ ਹਰਦਾਸ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਪ੍ਰਕਾਸ਼ ਹੋਇਆ 1534 ਈਸਵੀ ਨੂੰ। 7 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦਾ ਸਾਇਆ ਉਹ ਸਿਰ ਤੋਂ ਉੱਠ ਗਿਆ। ਨਾਨੀ ਜੀ ਬਾਸਰ ਕੇ ਲੈ ਆਏ। ਬਾਸਰ ਕੇ ਤੋਂ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਹਨ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਦੇ ਹਨ। ਬੌੜੀ ਸਾਹਿਬ ਦੀ ਤਿਆਰੀ ਕਰਵਾ ਰਹੇ ਹਨ ਗੁਰੂ ਅਮਰਦਾਸ ਪਾਤਸ਼ਾਹ ਤੇ ਭਾਈ ਜੇਠਾ ਜੀ ਟੋਕਰਾ ਢਾ ਕੇ ਮਿੱਟੀ ਨੂੰ ਦੂਰ ਸੁੱਟ ਕੇ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਝਾੜੂ ਵੀ ਫੇਰਦੇ ਹਨ, ਲੰਗਰਾਂ ਦੇ ਵਿੱਚ ਸੇਵਾ ਵੀ ਕਰਦੇ ਹਨ ਅਤੇ ਸਵੇਰੇ ਸ਼ਾਮ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੰਗਤ ਵੀ ਕਰਦੇ ਹਨ। ਦੀਵਾਨ ਦੇ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਨੂੰ ਸੁਣਦੇ ਹਨ, ਕਥਾ ਨੂੰ ਸੁਣਦੇ ਹਨ ਅਤੇ ਆਪਣੇ ਜੀਵਨ ਨੂੰ ਨਿਰਬਾਹ ਨੂੰ ਚਲਾਉਂਦੇ ਹਨ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਰਚਾ ਪਾਇਆ। ਭਾਈ ਰਾਮਾ ਜੀ ਨੇ ਜਵਾਬ ਦੇ ਦਿੱਤਾ ਕਿ ਮੈਂ ਥੜਾ ਨਹੀਂ ਬਣਾਵਾਂਗਾ। ਤਾਂ ਭਾਈ ਜੇਠਾ ਜੀ ਨੇ 7ਵੇਂ ਦਿਨ ਬਚਨ ਕਹੇ ਸਤਿਗੁਰੂ ਨੂੰ ਹੱਥ ਜੋੜ ਕੇ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਤਿਗੁਰੂ ਮੇਰੇ ਕੋਲ ਓਨੀ ਮਤ ਨਹੀਂ, ਤੁਛ ਮਾਤਰ ਹਾਂ, ਜਿਹਦੇ ਕਰਕੇ ਸਵੇਰੇ ਤੁਸੀਂ ਦੱਸ ਕੇ ਜਾਂਦੇ ਜੇ ਮੈਂ ਭੁੱਲ ਜਾਣਾ ਹਾਂ ਸ਼ਾਮ ਤੱਕ, ਜਿਹਦੇ ਕਰਕੇ ਮੈਂ ਥੜਾ ਨਹੀਂ ਬਣਾ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੱਲ ਵਕੜੀ ਲਿਆ। ਬਾਬਾ ਬੁੱਢਾ ਸਾਹਿਬ ਜੀ ਨੇ ਰੀਤ ਨੂੰ ਕੀ ਨਿਭਾਇਆ। ਗੁਰਦਾ ਗੱਦੀ ਦਾ ਤਿਲਕ ਲਾਇਆ ਗਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਸੰਗਤ ਨੂੰ ਕਿਹਾ ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਪੂਰ ਨਾ ਪਾਇਆ। ਮਿਤ ਪੈਜੈ ਮਿਤ ਵਿਕਸੈ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੀ ਜੋਤ ਦਾ ਮਾਲਕ ਬਣਾਇਆ ਗਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਹੈ ਅੰਮ੍ਰਿਤਸਰ ਦੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਨਿਗਾਹ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਰੀਰ ਨੂੰ ਸਾਂਭਿਆ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਸਾਰੀ ਕਿਰਿਆ ਕਰਨ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ ਹਨ। ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਵਾਈ ਹੈ। ਸੇਵਾ ਨੂੰ ਕਰਾਇਆ ਹੈ। ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਆਉਂਦੀਆਂ ਹਨ, ਸੇਵਾ ਕਰਦੀਆਂ ਹਨ ਤੇ ਨਾਲ ਗੁਰੂ ਪ੍ਰਵਚਨਾਂ ਨੂੰ ਸੁਣ ਕੇ ਆਪਣੇ ਜੀਵਨ ਨੂੰ ਬਦਲਦੀਆਂ ਹਨ। ਤੇ ਜਿਹੜਾ ਵੀ ਗੁਰੂ ਘਰ ਦੇ ਵਿੱਚ ਆਉਂਦਾ ਹੈ ਗੁਰੂ ਸਾਹਿਬ ਜੀ ਉਹਦੇ ਬਖਸ਼ਿਸ਼ਾਂ ਦਾ ਮੀਂਹ ਵਰਸਾ ਕੇ ਉਹਦਾ ਜੀਵਨ ਬਦਲਦੇ ਹਨ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਹੀ 2-3 ਆਪਾਂ ਘਟਨਾਵਾਂ ਨੂੰ ਵਾਚਣਾ ਹੈ, ਸਾਖੀਆਂ ਨੂੰ ਵਾਚਣਾ ਹੈ। ਕਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਹਨ।
ਤੇ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਭੱਟ ਸਾਹਿਬਾਨਾਂ ਦਾ ਬਚਨ ਵੀ ਆਉਂਦਾ ਹੈ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜਿਸ ਵਕਤ ਸਰੀਰਕ ਜਾਮੇ ਵਿੱਚ ਸਨ ਉਦੋਂ ਵੀ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਸਨ, ਤੇ ਅੱਜ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹਨ, ਤੇ ਅੱਜ ਵੀ ਉਸੇ ਤਰੀਕੇ ਨਾਲ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਹਨ। ਪਰ ਸ਼ਰਤ ਇਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਕਬੀਰ ਬਾਂਸ ਵਡਾਈ ਬੁੱਢਿਆ ਕਿਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ ਕਿ ਤੈਨੂੰ ਹੰਕਾਰ ਨੂੰ ਤਿਆਗ ਕੇ ਤੇ ਨਿਮਰਤਾ ਦੇ ਨਾਲ ਆਉਣਾ ਪਵੇਗਾ, ਕਿਉਂਕਿ ਹੰਕਾਰ ਦੇ ਨਾਲ ਆਵੇਗਾ ਤੇ ਭਗਤ ਕਬੀਰ ਜੀ ਕਹਿੰਦੇ ਚੰਦਨ ਉਹਦੇ ਵਿੱਚ ਗੁਣ ਹੈ ਕਿ ਜਿਹੜਾ ਵੀ ਉਹਦੇ ਲਾਗੇ ਕੋਈ ਪੌਦਾ ਹੈ, ਕੋਈ ਘਾਹ ਹੈ, ਉਹਨੂੰ ਸੁਗੰਧੀ ਦੇ ਨਾਲ ਭਰ ਦਿੰਦਾ ਹੈ। ਪਰ ਬਾਂਸ ਜਿਹੜਾ ਹੰਕਾਰ ਦੇ ਕਰਕੇ ਚੰਦਨ ਦੇ ਕੋਲ ਰਹਿੰਦਿਆਂ ਹੋਇਆ ਵੀ ਸੁਗੰਧੀ ਨੂੰ ਨਹੀਂ ਮਾਣਦਾ। ਕਿਉਂ? ਕਿਉਂਕਿ ਬਾਂਸ ਨੂੰ ਆਪਣੇ ਲੰਬੇਰੇ ਦਾ ਹੰਕਾਰ ਹੈ, ਆਪਣੇ ਉੱਚੇਪਣ ਦਾ ਹੰਕਾਰ ਹੈ, ਪਰ ਅੰਦਰੋਂ ਹੈ ਖੋਖਲੇ ਦਾ ਖੋਖਲਾ। ਇਸੇ ਤਰੀਕੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਚੰਦਨ ਹਨ, ਚੰਦਨ ਦੀ ਬਹਿਕ ਦੇ ਨਾਲ ਭਰਦੇ ਹਨ, ਪਰ ਜਿਹੜਾ ਬਾਂਸ ਦੇ ਵਾਂਗੂ ਹੰਕਾਰ ਲੈ ਕੇ ਆਵੇਗਾ, ਜਿਵੇਂ ਬਾਂਸ ਚੰਦਨ ਦੀ ਸੁਗੰਧੀ ਤੋਂ ਵਾਂਝਾ ਰਹਿ ਜਾਂਦਾ ਹੈ, ਉਹ ਮਨੁੱਖ ਵੀ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੋਂ ਵਾਂਝਾ ਹੀ ਰਹਿ ਜਾਵੇਗਾ। ਕਿਉਂਕਿ ਇਸ ਘਰ ਦਾ ਅਸੂਲ ਹੈ ਕਿ ਜਿਹੜਾ ਝੁਕ ਕੇ ਆਵੇਗਾ, ਨਿਮਰਤਾ ਨਾਲ ਆਵੇਗਾ, ਉਹ ਹੀ ਇਸ ਘਰ ਦੀਆਂ ਬਖਸ਼ਿਸ਼ਾਂ ਲੈਂਦਾ ਹੈ। ਇਸੇ ਕਰਕੇ ਇੱਕ ਕਵੀ ਨੇ ਲਿਖਿਆ ਵੀ ਹੈ, ਉਹ ਕਹਿੰਦਾ ਜਦੋਂ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਨੂੰ ਵੇਖਦਾ, ਹਰਿਮੰਦਰ ਸਾਹਿਬ ਨੂੰ ਵੇਖਦਾ ਹਾਂ, ਕਿਉਂਕਿ ਹਰਿਮੰਦਰ ਸਾਹਿਬ ਜੀ ਉਹਨਾਂ ਦੀ ਉਸਾਰੀ ਨੀਵੀਂ ਜਗ੍ਹਾ ਹੈ। ਆਪਾਂ ਜਿਹੜੇ ਬੰਨਿਓ ਵੀ ਜਾਵਾਂਗੇ, ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆ ਜਾਈਏ, ਭਾਵੇਂ ਲੰਗਰ ਹਾਰ ਵੱਲੋਂ ਆ ਜਾਈਏ, ਭਾਵੇਂ ਘੰਟਾ ਘਰ ਵੱਲੋਂ ਆ ਜਾਈਏ, ਭਾਵੇਂ ਕਿ ਜਿੱਧਰੋਂ ਮਰਜ਼ੀ ਵੜ ਜਾਈਏ ਦਰਬਾਰ ਸਾਹਿਬ ਦੇ ਵੱਲ, ਪੌੜੀਆਂ ਉੱਤਰ ਕੇ ਹੀ ਆਉਣਾ ਪੈਂਦਾ ਹੈ। ਤੇ ਪੌੜੀਆਂ ਉਤਰਨ ਤੋਂ ਭਾਵ ਹੈ ਕਿ ਨੀਵਾਂ ਹੋ ਕੇ ਆਉਣਾ ਪਵੇਗਾ। ਨੀਵਾ ਹੋ ਕੇ ਜਿਹੜਾ ਵਾ ਗੁਰੂ ਰਾਮਦਾਸ ਘਰ ਦੇ ਵਿੱਚ ਜਾਣਾ ਪੈਂਦਾ ਹੈ। ਪਰ ਜਦੋਂ ਰਾਜ ਦੀ ਗੱਲ ਕਰਦੇ ਹਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਣ ਵਾਸਤੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਸਭ ਕੇ ਕਹਿੰਦੇ ਹਨ ਕਿ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਆਵੇਗਾ, ਉਹ ਨਿਮਰਤਾ ਦੇ ਨਾਲ ਆਵੇਗਾ ਤੇ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ਾਂ ਦਾ ਮੀਂਹ ਵਰਸਾਉਣਗੇ। ਤੇ ਬਾਣੀ ਦੇ ਵਿੱਚ ਭੱਟ ਸਾਹਿਬਾਨਾਂ ਨੇ ਬਚਨ ਕੀਤੇ ਹਨ ਕੁਝ। ਭੱਟ ਸਾਹਿਬਾਨ ਕਹਿੰਦੇ ਹਨ, ਜਿਹ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟੈ ਖਿਣ, ਜਿਹ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਾਮ ਨਿਤ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰੋ। ਬਲ ਭੱਟ ਜੀ ਕਹਿੰਦੇ ਹਨ, ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਧਿਆਵੇਗਾ, ਉਹਦੀਆਂ ਅੱਖਾਂ ਦੇ ਵਿੱਚ ਵਿਕਾਰਾਂ ਦੇ ਜਿਹੜਾ ਵਿਕਾਰ ਹਨ, ਵਿਕਾਰਾਂ ਵਾਲੀ ਬਿਰਤੀ ਨਾਸ਼ ਹੋ ਜਾਵੇਗੀ, ਅਗਿਆਨਤਾ ਦੂਰ ਹੋ ਜਾਵੇਗੀ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਸ਼ਰਧਾ ਨਾਲ ਧਿਆਵੇਗਾ, ਉਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪ੍ਰਗਟ ਹੋ ਜਾਵੇਗਾ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਧਿਆਵੇਗਾ, ਉਹਦੇ ਅੰਦਰ ਦੀ ਤਪਸ਼, ਅੰਦਰ ਦਾ ਸਾੜਾ ਵਿਕਾਰਾਂ ਦੀ ਗਰਮੀ ਜਿਹੜੀ ਉਹ ਠੰਡੀ ਪੈ ਜਾਵੇਗੀ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਧਿਆਵੇਗਾ, ਉਹਨੂੰ ਨਵ ਨਿਧੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਵੇਗੀ। ਤੇ ਪਰ ਭੱਟ ਜੀ ਕਹਿੰਦੇ, ਹੈ ਸਤ ਸੰਗੀ ਜਨੋ, ਸੰਗਤ ਵਿੱਚ ਬੈਠ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਧਿਆਵੋ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਹਨ। ਦੂਸਰਾ ਵਚਨ ਭੱਟ ਸਾਹਿਬਾਨਾਂ ਨੇ ਕਿਹਾ ਹੈ ਬਾਣੀ ਦੇ ਵਿੱਚ ਹੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਰਥਾਏ। ਭੱਟ ਸਾਹਿਬ ਕਹਿੰਦੇ, ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਜਿਹੜਾ ਸੰਗਤ ਵਿੱਚ ਬੈਠ ਕੇ
ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣੇਗਾ, ਗੁਰਬਾਣੀ ਕੀਰਤਨ ਨੂੰ ਸੁਣੇਗਾ, ਉਹ ਜਿਹੜਾ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ, ਜਿਹੜਾ ਕੱਚ ਦੀ ਨਿਆਈ ਵਾਲਾ ਜੀਵਨ ਹੈ ਉਹ ਜਿਹੜਾ ਸੋਨੇ ਵਰਗਾ ਬਣ ਜਾਵੇਗਾ। ਜਿਵੇਂ ਕੱਚ ਸੋਨੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਜਿਹੜੇ ਮਨੁੱਖ ਦਾ ਜੀਵਨ ਕੱਚ ਵਰਗਾ ਨਿਖਿੱਧ ਜੀਵਨ ਹੈ, ਉਹਦਾ ਜੀਵਨ ਜਿਹੜਾ ਸੋਨੇ ਵਰਗਾ ਉੱਚਾ ਹੋ ਜਾਵੇਗਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਿਹੜਾ ਸੰਗਤ ਵਿੱਚ ਬੈਠ ਕੇ ਆਪਣੀ ਰਸਨਾ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਧਿਆਵੇਗਾ, ਉਹ ਜਿਹੜਾ ਜ਼ਹਿਰ ਦੇ ਵਾਂਗੂ ਅੰਦਰੋਂ ਸੜਦਾ ਬਲਦਾ ਰਹਿੰਦਾ ਹੈ, ਜ਼ਹਿਰ ਨੂੰ ਖਤਮ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਉਹਦੇ ਅੰਦਰ ਅੰਮ੍ਰਿਤ ਦਾ ਮੀਂਹ ਵਰਸਾ ਦੇਣਗੇ। ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਕੁਲੋਹ ਹੋਇਓ ਲਾਲ ਨਦਰ ਸਤਿਗੁਰ ਜਨ ਧਾਰੈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨਦਰ ਕਰਦੇ ਹਨ ਤੇ ਜਿਹੜਾ ਲੋਹਾ ਨਖਿੱਧ ਲੋਹਾ ਹੈ, ਕਿਸੇ ਕੰਮ ਨਹੀਂ ਆ ਸਕਦਾ। ਜਦੋਂ ਗੁਰੂ ਛੋਹ ਲੱਗ ਜਾਵੇ ਪਾਰਸ ਦੇ ਤਾਂ ਜਿਹੜਾ ਲੋਹਾ ਕੰਚਨ ਲੋਹਾ ਹੈ, ਜਿਹੜਾ ਜੰਗਾਲਿਆ ਹੋਇਆ ਮਨੂਰ ਲੋਹਾ ਹੈ, ਉਹ ਵੀ ਜਿਹੜਾ ਪਾਰਸ ਦੇ ਸੋਣ ਦੇ ਨਾਲ ਸੋਨਾ ਬਣ ਕੇ ਉਹਦੀ ਵੀ ਕੀਮਤ ਪੈ ਜਾਂਦੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਭਾਟ ਜੀ ਕਹਿੰਦੇ ਇਹ ਪਾਰਸ ਹਨ, ਤੇ ਜਿਹੜਾ ਮਨੁੱਖ ਲੋਹੇ ਦੇ ਵਾਂਗੂ ਅੰਦਰੋਂ ਕਟੜਾ ਹੈ ਵਿਕਾਰਾਂ ਦੇ ਨਾਲ, ਜਦੋਂ ਗੁਰੂ ਰਾਮਦਾਸ ਪਾਤਸ਼ਾਹ ਚਰਨਾਂ ਦੀ ਛੋਹ ਲਵੇਗਾ, ਉਹ ਮਨੁੱਖ ਵੀ ਜਿਹੜਾ ਸੋਨਾ ਬਣ ਜਾਵੇਗਾ, ਉਹਦੀ ਵੀ ਕੀਮਤ ਪੈ ਜਾਵੇਗੀ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਹਨ, ਪਰ ਇਸ ਘਰ ਦੇ ਜਿਹੜਾ ਅਸੂਲ ਹੈ ਉਹ ਹੈ ਨਿਮਰਤਾ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਨਿਮਰਤਾ ਦੇ ਮੂਰਤ ਹਨ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਵੇਂ ਗੁਰੂ ਨਾਨਕ ਦੀ ਜੋਤ ਦੇ ਮਾਲਕ ਹਨ, ਉਹਨਾਂ ਨੇ ਦੈਵੀ ਗੁਣਾਂ ਨੂੰ ਆਪਣੇ ਅੰਦਰੋਂ ਦੂਰ ਨਹੀਂ ਹੋਣ ਦਿੱਤਾ। ਜਿਵੇਂ ਉਹਨਾਂ ਦੇ ਜੀਵਨ ਵਿੱਚ ਘਟਨਾ ਵਾਪਰੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਹੈ ਸ਼੍ਰੀ ਚੰਦ ਜੀ, ਉਹਨਾਂ ਨੇ ਆਪਣਾ ਡੇਰਾ ਜਾਂ ਆਪਣੀ ਮਤ ਅਨੁਸਾਰ ਜੀਵਨ ਦੇ ਨਿਰਵਾਹ ਨੂੰ ਚਲਾਇਆ ਹੈ, ਉਦਾਸੀ ਮਤ ਚਲਾਇਆ ਹੈ। ਜਿਸ ਵਕਤ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣੇ ਹਨ, ਤਾਂ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਏ ਹਨ। ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਗੁਰੂ ਪੁੱਤਰ ਗੁਰੂ ਨਾਨਕ ਪਾਤਸ਼ਾਹ ਦਾ ਵੱਡਾ ਪੁੱਤਰ ਆ ਰਿਹਾ ਹੈ, ਵੇਖੋ ਗੁਰੂ ਨਾਨਕ ਦੀ ਜੋਤ ਦਾ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਨਿਮਰਤਾ ਦੇ ਮੂਰਤ ਆਪ ਅੱਗਿਓਂ ਲੈਣ ਵਾਸਤੇ ਗਏ ਹਨ, ਸਤਿਕਾਰ ਦੇ ਨਾਲ ਲੈ ਕੇ ਆਏ ਹਨ ਤੇ ਆਪਣੇ ਕੋਲ ਬਿਠਾਇਆ ਹੈ। ਤੇ ਬਾਬਾ ਸ਼੍ਰੀ ਚੰਦ ਨੇ ਪੁੱਛ ਲਿਆ ਸਤਿਗੁਰੂ ਨੂੰ ਕਿ ਤੁਸੀਂ ਦਾੜਾ ਇੰਨਾ ਲੰਮਾ ਕਿਉਂ ਰੱਖਿਆ ਹੈ? ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਾੜਾ ਬਹੁਤ ਜ਼ਿਆਦਾ ਲੰਮਾ ਸੀ। ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਤੁਸੀਂ ਦਾੜਾ ਕਿਹੜੀ ਗੱਲੋਂ ਇੰਨਾ ਲੰਮਾ ਰੱਖਿਆ ਹੈ? ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਨਿਮਰਤਾ ਦੀ ਮੂਰਤ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾੜੇ ਨੂੰ ਹੱਥ ਵਿੱਚ ਫੜ ਕੇ ਬਾਬਾ ਸ਼੍ਰੀ ਚੰਦ ਦੇ ਪੈਰਾਂ ਨੂੰ ਸਾਫ਼ ਕਰਕੇ ਕਿਹਾ ਸੀ, ਬਾਬਾ ਜੀ ਮੈਂ ਦਾੜਾ ਇਸ ਕਰਕੇ ਰੱਖਿਆ ਹੈ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨਾਂ ਨੂੰ ਸਾਫ਼ ਕਰ ਸਕਾਂ। ਭਾਵ ਕਿ ਆਹ ਹੈ ਨਿਮਰਤਾ ਗੁਰੂ ਨਾਨਕ ਦੇ ਘਰ ਦੇ ਗੁਰੂ ਰਾਮਦਾਸ ਪਾਤਸ਼ਾਹ ਨਿਮਰਤਾ ਦੇ ਮੂਰਤ ਹਨ। ਤੇ ਜਿਹੜਾ ਨਿਮਰਤਾ ਨਾਲ ਆਉਂਦਾ ਹੈ ਉਹਨੂੰ ਇਸ ਘਰ ਦੇ ਵਿੱਚੋਂ ਹਰੇਕ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਸੇਵਾ ਕਰਵਾ ਰਹੇ ਹਨ। ਤੇ ਗੁਰੂ ਦਾ ਇੱਕ ਸਿੱਖ ਹੈ ਜਿਹਦਾ ਨਾਮ ਸੋਮੇ ਸ਼ਾਹ ਕਰਕੇ ਆਇਆ ਹੈ। ਘਰ ਦੇ ਵਿੱਚ ਗਰੀਬੀ ਹੈ, ਘਰ ਦੇ ਵਿੱਚ ਡੰਗ ਜਿਹੜਾ ਰੋਟੀ ਦਾ ਪੱਕਦਾ ਨਹੀਂ। ਤੇ ਕਿਸੇ ਨੇ ਕਹਿ ਦਿੱਤਾ ਕਿ ਜੇ ਤੂੰ ਆਪਣੀ ਗਰੀਬੀ ਨੂੰ ਦੂਰ ਕਰਨਾ ਹੈ, ਜੇ ਤੂੰ ਸੱਚਮੁੱਚ ਚਿੰਤਾ ਨੂੰ ਦੂਰ ਕਰਨਾ ਹੈ, ਕਿਉਂਕਿ ਹਰੇਕ ਮਨੁੱਖ ਚਿੰਤਾ ਦੇ ਵਿੱਚ ਗ੍ਰਸਿਆ ਹੋਇਆ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਜਿਹਦੇ ਕੋਲ ਜ਼ਿਆਦਾ ਹੈ ਉਹਨੂੰ ਵੀ ਚਿੰਤਾ ਲੱਗੀ ਹੋਈ ਹੈ, ਤੇ ਜਿਹਦੇ ਕੋਲ ਥੋੜਾ ਹੈ ਉਹਨੂੰ ਵੀ ਚਿੰਤਾ ਲੱਗੀ ਹੋਈ ਹੈ। ਪਰ ਨਾਲ ਇੱਕ ਸਤਿਗੁਰੂ ਨੇ ਬਚਨ ਕਹਿ ਦਿੱਤਾ, ਦੋਹੂ ਵਿਵਸਥਾ ਤੇਜੋ ਮੁਕਤਾ ਸੋਈ ਸੁਹੇਲਾ ਭਾਲੀਐ। ਜਿਹੜਾ ਅਸਲ ਵਿੱਚ ਚਿੰਤਾ ਤੋਂ ਹੀ ਮੁਕਤ ਹੈ, ਭਾਵੇਂ ਥੋੜਾ ਹੈ ਤੇ ਭਾਵੇਂ ਜ਼ਿਆਦਾ ਹੈ, ਜਿਹੜਾ ਰੱਬ ਦੇ ਭਾਣੇ ਵਿੱਚ ਸ਼ੁਕਰ ਕਰਕੇ ਜਿੰਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹਦੀ ਸੰਗਤ ਕਰ, ਕਿਉਂਕਿ ਉਹਦੀ ਸੰਗਤ ਦੇ ਨਾਲ ਤੂੰ ਵੀ ਉਹਦੇ ਵਰਗਾ ਹੋ ਜਾਵੇਂਗਾ। ਸੋਮੇ ਸ਼ਾਹ ਨੂੰ ਕਿਸੇ ਸਲਾਹ ਦਿੱਤੀ ਕਿ ਜੇ ਤੂੰ ਸੱਚਮੁੱਚ ਚਿੰਤਾ ਨੂੰ ਦੂਰ ਕਰਨਾ ਹੈ
ਤਾਂ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਚੱਲ ਜਾ, ਉੱਥੇ ਗੁਰੂ ਨਾਨਕ ਦੇ ਘਰ ਦੇ ਜੋਤ ਦਾ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਤੀਰਥ ਬਣਵਾ ਰਿਹਾ ਹੈ। ਤੇ ਤੀਰਥ ਤੋਂ ਭਾਵ ਉਹ ਨਹੀਂ ਕਿ ਜਿਹੜੇ 68 ਤੀਰਥਾਂ ਦੀ ਗੱਲ ਕਰਦੇ ਹਨ। ਤੀਰਥ ਤੋਂ ਭਾਵ ਵੈਸੇ ਹੁੰਦਾ ਹੈ ਪਵਿੱਤਰਤਾ। ਤੇ ਉਹ ਕਹਿਣ ਲੱਗਾ ਗੁਰੂ ਰਾਮਦਾਸ ਪਾਤਸ਼ਾਹ ਤੀਰਥ ਬਣਵਾ ਰਿਹਾ ਹੈ, ਜਾਂ ਉੱਥੇ ਚਲੇ ਜਾ, ਤੇਰੇ ਸਾਰੇ ਸੰਕਟ ਦੂਰ ਹੋਣਗੇ। ਤੇ ਇਤਿਹਾਸ ਕਹਿੰਦਾ ਹੈ ਕਿ ਉਸ ਭਾਈ ਸੋਮੇ ਸਾਹ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਹੈ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲਿਆ ਨਹੀਂ ਆਪਣੀ ਕਿਰਤ ਚਲਾਉਣ ਵਾਸਤੇ, ਕਿਉਂਕਿ ਉਹਨੇ ਵੇਖਿਆ ਬੜੀ ਭਾਰੀ ਗਿਣਤੀ ਵਿੱਚ ਸੰਗਤ ਆਈ ਹੈ। ਕਈ ਟੋਕਰੀਆਂ ਢੋ ਰਹੇ ਹਨ, ਕੋਈ ਪਾਣੀ ਪਿਲਾ ਰਿਹਾ ਹੈ, ਕੋਈ ਜੋੜੇ ਸਾਫ਼ ਕਰ ਰਿਹਾ, ਕੋਈ ਲੰਗਰ ਵਰਤਾ ਰਿਹਾ, ਕੋਈ ਲੰਗਰ ਬਣਾ ਰਿਹਾ ਹੈ। ਬਹੁਤ ਭਾਰੀ ਗਿਣਤੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕਰਵਾ ਰਹੇ ਹਨ। ਤੇ ਸੋਮੇ ਸਾਹ ਨੇ ਸੋਚਿਆ ਕਿਉਂ ਨਾ ਇੰਨੀ ਸੰਗਤ ਆਈ ਹੈ ਤੇ ਮੈਂ ਇੱਥੇ ਆਪਣੀ ਦੁਕਾਨ ਲਾ ਲਵਾਂ, ਤੇ ਮੇਰੀ ਦੁਕਾਨ ਚੱਲ ਜਾਵੇਗੀ, 4 ਟਕੇ ਕਮਾਵਾਂਗਾ ਤੇ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ। ਕਿਉਂਕਿ ਮਨ ਦੇ ਵਿੱਚ ਜਿਹੜੇ ਉਹ ਖਿਆਲ ਹੋਰ ਆ ਗਏ ਹਨ। ਆਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਹੈ, ਪਰ ਉੱਥੇ ਆਪਣੀ ਦੁਕਾਨ ਲਾਉਣ ਦਾ ਫੈਸਲਾ ਕਰ ਲਿਆ। ਪਰ ਗੁਰੂ ਰਾਮਦਾਸ ਪਾਤਸ਼ਾਹ ਸਾਰਾ ਕੁਝ ਜਾਣਦੇ ਹਨ ਕਿ ਇਹਦੇ ਹਿਰਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਸੋਮੇ ਸ਼ਾਹ ਨੇ ਆਪਣੀ ਦੁਕਾਨ ਲਾਈ ਤੇ ਜਦੋਂ ਇੱਕ ਦਿਨ ਦੀ ਵਟਕ ਹੋ ਗਈ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਨੂੰ ਕਰਵਾ ਕੇ ਆਪਣੇ ਮਹਿਲਾਂ ਨੂੰ ਜਾ ਰਹੇ ਹਨ। ਤੇ ਸੰਗਤ ਨੇ ਕਿਹਾ ਕਿ ਉਹ ਸੋਮੇ ਸ਼ਾਹ ਦੁਕਾਨ ਲਾ ਕੇ ਬੈਠਾ ਹੈ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਪੁੱਛਦਾ ਇਹ ਕੌਣ ਹੈ, ਪਹਿਲੇ ਦਿਨ ਆਇਆ ਹੈ, ਮੈਂ ਇਹਨੂੰ ਪਹਿਲੇ ਦਿਨ ਵੇਖਿਆ ਹੈ। ਤੇ ਸਿੱਖ ਨੇ ਕਿਹਾ ਸਤਿਗੁਰੂ ਇਹ ਇਸ ਇਲਾਕੇ ਤੋਂ ਆਇਆ, ਦੁਕਾਨ ਲਾ ਕੇ ਬੈਠਾ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੁੱਛ ਲਿਆ ਕਿੰਨੀ ਕਮਾਈ ਹੋਈ ਹੈ, ਤੇ ਉਹਨੇ ਅੱਜ ਦੇ ਹਿਸਾਬ ਨਾਲ ਕਿਹਾ, ਕਹਿੰਦਾ 4 ਟਕੇ ਕਮਾਏ ਹਨ, 4 ਟਕੇ ਕਮਾਏ ਹਨ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦਾ ਲਿਆ ਫਿਰ ਮਜ਼ਦੂਰਾਂ ਨੂੰ ਤਨਖਾਹ ਦੇਵਾਂਗੇ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਦਰ ਮੂੰਹ ਸਾਫ਼ ਕਰਦੇ ਹਨ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਲਿਆ ਫਿਰ 4 ਟਕੇ, ਅੱਜ ਮਜ਼ਦੂਰਾਂ ਨੂੰ ਤਨਖਾਹ ਦੇਵਾਂਗੇ। ਅਗਲਾ ਦਿਨ ਆਇਆ, ਗੁਰੂ ਰਾਮਦਾਸ ਪਾਤਸ਼ਾਹ ਨੇ ਫਿਰ ਪੁੱਛ ਲਿਆ ਕਿੰਨੇ ਟਕੇ ਕਮਾਏ, ਕਹਿੰਦਾ ਸਤਿਗੁਰੂ ਇੰਨੇ ਕਮਾਏ ਹਨ। ਸਤਿਗੁਰੂ ਕਹਿੰਦੇ ਲਿਆ ਫਿਰ ਮਜ਼ਦੂਰਾਂ ਨੂੰ ਤਨਖਾਹ ਦੇਵਾਂਗੇ। 2-3 ਦਿਨ ਇਦਾਂ ਚੱਲਦਾ ਰਿਹਾ। ਇਤਿਹਾਸ ਕਹਿੰਦਾ ਹੈ ਕਿ ਜਦੋਂ ਚੌਥਾ ਦਿਨ ਆਇਆ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਹਜੇ ਉੱਥੇ ਪਹੁੰਚੇ ਹਨ। ਤੇ ਸੋਮੇ ਸ਼ਾਹ ਕਹਿੰਦਾ ਸਤਿਗੁਰੂ ਆ ਅੱਜ ਦੀ ਕਮਾਈ ਹੈ। ਕਹਿਣ ਲੱਗਾ ਸਤਿਗੁਰੂ ਆ ਅੱਜ ਦੀ ਕਮਾਈ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦਾ ਅੱਜ ਤੇ ਮੈਂ ਮੰਗਿਆ ਹੀ ਨਹੀਂ ਹੈ। ਕਹਿਣ ਲੱਗਾ ਸਤਿਗੁਰੂ ਤੁਹਾਡੀ ਸੰਗਤ ਕਰਕੇ ਤੁਹਾਡੇ ਦਰ ਤੇ ਆ ਕੇ ਸਮਝ ਆ ਗਈ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ। ਜਨ ਮੈਂ ਜੰਤ ਉਪਾਏ ਕਹਿ ਰੋਜੀ ਪੀ, ਆਪੇ ਦੇ ਨੂੰ ਸਮਝ ਆ ਗਈ ਕਿ ਜਿਸ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਚਿੰਤਾ ਕਰਨ ਦੀ ਲੋੜ ਉਹਨੂੰ ਹੈ, ਸਾਨੂੰ ਚਿੰਤਾ ਕਰਨ ਦੀ ਲੋੜ ਹੀ ਕੋਈ ਨਹੀਂ ਹੈ। ਕਹਿਣ ਲੱਗਾ ਸਤਿਗੁਰੂ ਮੈਨੂੰ ਸਮਝ ਆ ਗਈ ਕਿ ਤੁਹਾਡੇ ਘਰ ਦੇ ਵਿੱਚ ਆਉਣ ਦੇ ਨਾਲ ਜੀਵਨ ਜਿਹੜਾ ਹੈ ਉਹ ਰੂਹਾਨੀਅਤ ਦਾ, ਚਿੰਤਾ ਦੇ ਨਾਲ ਜਾਂ ਪੈਸਿਆਂ ਦੇ ਨਾਲ ਨਹੀਂ ਬਣਨਾ। ਇਸ ਘਰ ਦੇ ਵਿੱਚ ਤੇ ਜੀਵਨ ਜਿਹੜਾ ਉਹ ਨਿਮਰਤਾ ਦੇ ਨਾਲ ਆ ਕੇ ਗੁਰਬਾਣੀ ਕੀਰਤਨ ਦੇ ਨਾਲ ਸੇਵਾ ਦੇ ਨਾਲ ਬਣਨਾ ਹੈ। ਤੇ ਸਤਿਗੁਰੂ ਨੇ ਉਹਨੂੰ ਗੱਲ ਵਕੜੀ ਲਾਇਆ ਤੇ ਉਹਨੂੰ ਖਿਤਾਬ ਦਿੱਤਾ ਹੈ ਸੋਮੇ ਸ਼ਾਹ, ਗੁਰੂ ਕਾ ਸ਼ਾਹ। ਸਤਿਗੁਰੂ ਨੇ ਗੱਲ ਵਕੜੀ ਲਾ ਕੇ ਉਹਨੂੰ ਸ਼ਾਹ ਦਾ ਜਿਹੜਾ ਖਿਤਾਬ ਦਿੱਤਾ। ਤੇ ਸੋਮੇ ਸ਼ਾਹ ਉਹਦੀਆਂ ਮਨ ਦੀਆਂ ਚਿੰਤਾ ਸਾਰੀਆਂ ਚਲੇ ਗਈਆਂ, ਕਿਉਂਕਿ ਇਸ ਘਰ ਦੇ ਵਿੱਚ ਆ ਕੇ ਮਨੁੱਖ ਚਿੰਤਾ ਜਿਹੜਾ ਲੈ ਕੇ ਆਉਂਦਾ ਹੈ ਉਹਨੂੰ ਚਿੰਤਾ ਤੋਂ ਦੂਰ ਕਰਕੇ ਚਿੰਤਨ ਨਾਲ ਸਤਿਗੁਰੂ ਜੋੜ ਦਿੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਹੀ ਬਖਸ਼ਿਆ ਵਰਤਾਉਂਦੇ ਹਨ। ਤੇ ਜੇ ਸਤਿਗੁਰੂ ਕੋਲ ਕੋਈ ਉਪਦੇਸ਼ ਲੈਣ ਵਾਸਤੇ ਆਇਆ ਹੈ, ਸਤਿਗੁਰੂ ਨੇ ਉਹਨੂੰ ਉਪਦੇਸ਼ ਦਿੱਤਾ ਹੈ। ਜੇ ਸਤਿਗੁਰੂ ਦੇ ਕੋਲ ਕੋਈ ਚਿੰਤਾ ਲੈ ਕੇ ਆਇਆ ਹੈ, ਸਤਿਗੁਰੂ ਨੇ ਉਹਦੀ ਚਿੰਤਾ ਨੂੰ ਦੂਰ ਕੀਤਾ ਹੈ। ਜੇ ਸਤਿਗੁਰੂ ਜੀ ਕੋਲ ਸ਼ੰਕਾ ਲੈ ਕੇ ਆਇਆ ਹੈ ਤੇ ਸਤਿਗੁਰੂ ਨੇ ਉਹਦਾ ਸ਼ੰਕਾ ਵੀ ਦੂਰ ਕੀਤਾ ਹੈ। ਕਿਉਂਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਪੰਡਤ ਆਇਆ ਹੈ, ਉਹਨੇ 3-4 ਦਿਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੋਵੇਂ ਟਾਈਮ ਸੰਗਤ ਕੀਤੀ ਹੈ ਦੀਵਾਨ ਦੇ ਵਿੱਚ ਬੈਠ ਕੇ। ਤੇ ਇੱਕ ਦਿਨ ਉੱਠ ਕੇ ਸਤਿਗੁਰੂ ਨੂੰ ਕਹਿੰਦਾ ਸਤਿਗੁਰੂ, ਕਿਉਂਕਿ ਗੁਰੂ ਘਰ ਦਾ ਇੱਕ ਅਸੂਲ ਸੀ ਕਿ ਜਦੋਂ ਦੀਵਾਨ ਲੱਗਦਾ ਸੀ, ਦੀਵਾਨ ਤੋਂ ਬਾਅਦ
जे किसी के मन में कोई चिंता होंगी, कोई प्रश्न आ जाता, कोई सवाल हुंदा ते ओ करदा सी ते गुरु ओदा सवाल दा उत्तर दिंदा सी, क्योंकि गुरु घर दा ये दस्तूर है। क्योंकि गुरबाणी दे विच भी कई गल्लां अजिहियां हन जदों पढ़दियां होइयां मन विच शंका फुटदा है कि गुरु साहब जी अपनी गल नूं आप कट रहे हैं। जिवें कि सतगुर जी दी बाणी दा वचन आउंदा है, यह जग सच्चे की है कोठड़ी, सच्चे का विश्वास। ते जो दूजे बन्ने पढ़ांगे सतगुरु कहंदे जग रचना सब झूठ है, जान लिहो रे मीत। ਜਦੋਂ ਬਾਣੀ ਪੜਾਂਗੇ ਇਦਾਂ ਲੱਗਦਾ ਸਤਿਗੁਰੂ ਆਪਣੀ ਗੱਲ ਨੂੰ ਕੱਟ ਰਹੇ ਹਨ, ਪਰ ਅਸਲ ਵਿੱਚ ਕੱਟ ਨਹੀਂ ਰਹੇ। ਸਤਿਗੁਰ ਜੀ ਕਹਿੰਦੇ ਹਨ ਇਹ ਜਿਹੜਾ ਸੰਸਾਰ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਤੇ ਪ੍ਰਮਾਤਮਾ ਇਹਦੇ ਵਿੱਚ ਹਨ ਤੇ ਜਗ ਰਚਨਾ ਸਭ ਝੂਠ ਹੈ। ਸਤਿਗੁਰੂ ਕਹਿੰਦੇ ਜਦੋਂ ਪ੍ਰਮਾਤਮਾ ਚਾਹੇਗਾ ਇਸ ਸੰਸਾਰ ਨੂੰ ਆਪਣੀ ਮਰਜ਼ੀ ਦੇ ਨਾਸ਼ ਵੀ ਕਰ ਦੇਵੇਗਾ, ਕਿਉਂਕਿ ਦੋਵੇਂ ਚੀਜ਼ਾਂ ਦੇ ਵਿੱਚ ਅੰਤਰ ਹੈ। ਤੇ ਬਾਣੀ ਦੇ ਵਿੱਚ ਬੜੇ ਬਚਨ ਅਜਿਹੇ ਆਉਂਦੇ ਹਨ ਜਿਹੜੀ ਆਪਣੀ ਗੱਲ ਨੂੰ ਕੱਟਣਗੇ ਲੱਗਦਾ ਹੈ, ਪਰ ਅਸਲ ਵਿੱਚ ਕੱਟ ਨਹੀਂ ਰਹੇ। ਸੋ ਨੂੰ ਸਮਝਣ ਵਿੱਚ ਸਾਨੂੰ ਸਮਝਣ ਵਿੱਚ ਜਿਹੜਾ ਵਾ ਉਹ ਦਿੱਕਤ ਹੋ ਰਹੀ ਹੈ, ਪਰ ਜਦੋਂ ਸਮਝ ਆ ਜਾਵੇਗੀ ਤੇ ਪਤਾ ਲੱਗ ਜਾਵੇਗਾ ਉਹਦਾ ਵਿਸ਼ਾ ਹੋਰ ਨਿਕਲ ਰਿਹਾ ਹੈ, ਉਹਦਾ ਵਿਸ਼ਾ ਹੋਰ ਹੈ, ਉਹ ਗੱਲ ਹੋਰ ਸੰਦਰਭ ਵਿੱਚ ਸਤਿਗੁਰੂ ਕਰ ਰਹੇ ਹਨ ਤੇ ਇਹ ਜਿਹੜੀ ਗੱਲ ਹੋਰ ਸੰਦਰਭ ਵਿੱਚ ਕਰ ਰਹੇ ਹਨ। ਪੰਡਤ ਜੀ ਇੱਕ ਆਏ ਹਨ, ਦੀਵਾਨ ਨੂੰ ਲਗਾਉਣ ਤੋਂ ਬਾਅਦ ਸੁਣ ਤੋਂ ਬਾਅਦ ਸਤਿਗੁਰੂ ਨੂੰ ਕਹਿ ਲੱਗਾ, ਸਤਿਗੁਰੂ ਤੁਹਾਡੀ ਸੰਗਤ ਕਰਕੇ ਮੈਂ ਤੁਹਾਡੀ ਬਾਣੀ ਨੂੰ ਸੁਣਿਆ ਹੈ ਤੇ ਤੁਹਾਡੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਕਿ ਬਾਹਰੀ ਤੀਰਥਾਂ ਦਾ ਤੁਹਾਡੀ ਬਾਣੀ ਖੰਡਨ ਕਰਦੀ ਹੈ। ਬਾਹਰੀ ਤੌਰ ਤੇ ਤੁਸੀਂ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰਨ ਦਾ ਕੋਈ ਵੀ ਲਾਭ ਨਹੀਂ ਹੈ, ਤੇ ਬਾਣੀ ਵਿੱਚ ਬੜੇ ਅਜਿਹੇ ਬਚਨ ਆਉਂਦੇ ਹਨ, ਮਨ ਮੈਲ ਹੈ ਤਨ ਸੁੱਚਾ, ਮਨ ਮੈਲਾ ਹੈ ਤਨ ਸੁੱਚਾ ਮਨੁੱਖ ਕਰਕੇ ਬੈਠਾ ਹੈ। ਜਾਂ ਸਤਿਗੁਰ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਤਿਗੁਰ ਜੀ ਕਹਿੰਦੇ ਸੋਚੇ ਇਹ ਨਾ ਆਖੀਏ ਬਹਿਣ ਕੇ ਪਿੰਡਾ ਧੋਏ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਿਉਂਕਿ ਬਾਹਰੀ ਤੌਰ ਤੇ ਪਿੰਡੇ ਨੂੰ ਸੁੱਚਾ ਕਰ ਲੈਣਾ, ਉਹਦੇ ਨਾਲ ਮਨ ਆਤਮਾ ਕਦੀ ਸੁੱਚੀ ਨਹੀਂ ਹੋਵੇਗੀ। ਉਹ ਪੰਡਤ ਕਹਿ ਲੱਗਾ, ਸਤਿਗੁਰੂ ਆ ਸ਼ੰਕਾ ਮੇਰਾ ਦੂਰ ਕੀਤਾ ਜਾਵੇ। ਤੁਸੀਂ ਕਹਿ ਰਹੇ ਜੀ ਕਿ ਬਾਹਰੀ ਤੌਰ ਤੇ ਤੀਰਥਾਂ ਤੇ ਇਸ਼ਨਾਨ ਕਰਨਾ ਇਹਦੇ ਨਾਲ ਮਨ ਜਿਹੜਾ ਕਦੀ ਸੁੱਚਾ ਨਹੀਂ ਹੁੰਦਾ, ਤੇ ਫਿਰ ਤੁਹਾਡੇ ਹੀ ਘਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਉਹ 22 ਵਾਰ ਗੰਗਾ ਤੇ ਤੀਰਥਾਂ ਤੇ ਇਸ਼ਨਾਨ ਕਰਨ ਗਏ ਹਨ। ਤੁਸੀਂ ਕਹਿ ਰਹੇ ਕਿ ਬਾਹਰੀ ਤੌਰ ਤੇ ਇਸ਼ਨਾਨ ਕਰਨੀ ਜਾਣਾ, ਪਰ ਤੁਹਾਡਾ ਹੀ ਗੁਰੂ ਨਾਨਕ ਦੀ ਜੋਤ ਦੇ ਮਾਲਕ ਗੁਰੂ ਅਮਰਦਾਸ ਪਾਤਸ਼ਾਹ ਉਹ ਆਪ ਗਏ ਹਨ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਫਿਰ ਉਹਦਾ ਸ਼ੰਕਾ ਦੂਰ ਕੀਤਾ ਹੈ। ਕਿਉਂਕਿ ਭ੍ਰਮ ਕੇ ਪਰਦੇ ਸਤਿਗੁਰ ਖੋਲੇ, ਗੁਰੂ ਹੈ ਹੀ ਉਹ ਜਿਹੜਾ ਭਰਮ ਦੇ ਪਰਦਿਆਂ ਨੂੰ ਦੂਰ ਕਰ ਦਿੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪੰਡਤ ਜੀ ਤੁਹਾਡਾ ਸਵਾਲ ਜਾਇਜ਼ ਹੈ, ਪਰ ਅਸਲ ਵਿੱਚ ਤੁਹਾਨੂੰ ਪਤਾ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ 21 ਵਾਰ ਗਏ ਹਨ ਉਦੋਂ ਜਿਸ ਵਕਤ ਗੁਰੂ ਸ਼ਰਨ ਵਿੱਚ ਨਹੀਂ ਆਏ, ਜਿਸ ਵਕਤ ਉਹ ਕਰਮਕਾਂਡੀ ਜੀਵਨ ਨੂੰ ਬਤੀਤ ਕਰ ਰਹੇ ਹਨ, ਜਿਸ ਵਕਤ ਉਹ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਹਨ, ਉਸ ਵਕਤ ਉਹ ਭਟਕ ਰਹੇ ਹਨ, ਜਿਹਦੇ ਕਰਕੇ ਉਹਦਾ ਜੀਵਨ ਜਿਹੜਾ ਹੈ ਬਦਲਿਆ ਨਹੀਂ। ਪਰ ਜਿਸ ਵਕਤ ਗੁਰੂ ਸ਼ਰਨ ਵਿੱਚ ਆ ਗਏ ਹਨ ਉਹਨਾਂ ਨੇ ਤੀਰਥਾਂ ਦਾ ਇਸ਼ਨਾਨ ਕਰਨਾ ਛੱਡ ਦਿੱਤਾ ਤੇ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣ ਤੋਂ ਬਾਅਦ ਫਿਰ 22ਵੀਂ ਵਾਰ ਤੀਰਥਾਂ ਤੇ ਗਏ ਹਨ। ਪਰ ਉਸ ਵਕਤ ਇਸ਼ਨਾਨ ਕਰਨ ਵਾਸਤੇ ਨਹੀਂ ਗਏ। ਉਸ ਵਕਤ ਜਿਹੜੇ ਭੁੱਲੜ ਲੋਕ ਸਨ, ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਪਏ ਸਨ, ਉਹਨਾਂ ਨੂੰ ਸਤਿਗੁਰ ਜੀ ਪ੍ਰਚਾਰ ਕਰਕੇ ਦੱਸਣ ਗਏ ਸਨ ਕਿ ਭਲਿਓ ਕੱਲਾ ਬਾਹਰੀ ਤੌਰ ਤੇ ਇਸ਼ਨਾਨ ਨਾ ਕਰੀ ਜਾਵੋ, ਇਸ ਮਲੀਨ ਮਨ ਦਾ ਵੀ ਇਸ਼ਨਾਨ ਪ੍ਰਮਾਤਮਾ ਦੇ ਨਾਮ ਨਾਲ ਕਰਾ ਲਵੋ, ਕਿਉਂਕਿ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਅੰਦਰ ਨੂੰ ਕੋਈ ਫਰਕ ਨਹੀਂ ਪੈਣਾ। ਕਿਉਂਕਿ ਸਤਿਗੁਰ ਜੀ ਦੀ ਬਾਣੀ ਦਾ ਇੱਕ ਬਚਨ ਹੈ, ਸਤਿਗੁਰ ਜੀ ਕਹਿੰਦੇ ਨਾਵਣ ਗਏ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ ਦੋਏ ਪਾ ਚੜੀਆ ਸਹੋਰ, ਇੱਕ ਭਾ ਤੇ ਲੈ ਕੇ ਬਾਹਰੀ ਮਹਿਲ ਤੇ ਰਹਿ ਗਈ ਪਰ ਅੰਦਰ ਉਸੇ ਤਰੀਕੇ ਨਾਲ ਮਲੀਨ ਦਾ ਮਲੀਨ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪੰਡਤ ਜੀ ਗੁਰੂ ਅਮਰਦਾਸ ਪਾਤਸ਼ਾਹ 21 ਵਾਰ ਉਦੋਂ ਗਏ ਹਨ ਤੇ ਜਦੋਂ ਕਰਮ ਕਾਂਡਾਂ ਵਿੱਚ ਫਸੇ ਸਨ, ਤੇ ਸਾਡਾ ਗੁਰੂ ਅਮਰਦਾਸ ਪਾਤਸ਼ਾਹ ਸੰਬੰਧ ਉਦੋਂ ਜੁੜਦਾ ਹੈ ਜਦੋਂ ਗੁਰੂ ਸ਼ਰਨ ਵਿੱਚ ਆ ਜਾਂਦੇ ਹਨ। ਕਿਉਂਕਿ ਪਹਿਲਾਂ ਉਹਨਾਂ ਦਾ ਜੀਵਨ ਕਰਮ ਕਾਂਡੀ ਹੈ, ਕਿੱਦਾਂ ਦਾ ਹੈ, ਉਹਦੇ ਨਾਲ ਸਾਡਾ ਜਿਹੜਾ ਬਹੁਤਾ ਵਾਹ ਵਾਸਤਾ ਨਹੀਂ। ਪਰ ਜਦੋਂ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਦੇ ਹਨ,
ਗੁਰੂ ਅੰਗਦ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਹਨ। ਸਾਡਾ ਸੰਬੰਧ ਉਦੋਂ ਬਣਦਾ ਹੈ ਕਿਵੇਂ ਉਹਨਾਂ ਨੇ ਸੇਵਾ ਕੀਤੀ ਹੈ, ਕਿਵੇਂ ਗਾਗਰ ਨੂੰ ਢਾਇਆ ਢੋਇਆ ਹੈ, ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਰਹਿ ਕੇ 72 ਸਾਲ ਦੀ ਉਮਰ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੋਤ ਦੇ ਮਾਲਕ ਬਣੇ ਹਨ। ਸਾਡਾ ਸੰਬੰਧ ਉਦੋਂ ਜੁੜਦਾ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪੰਡਤ ਜੀ 22ਵੀਂ ਵਾਰ ਉਪਦੇਸ਼ ਕਰਨ ਵਾਸਤੇ ਗਏ ਹਨ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣ ਵਾਸਤੇ ਗਏ ਹਨ। ਤੇ ਪੰਡਤ ਦਾ ਸ਼ੰਕਾ ਦੂਰ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪੰਡਤ ਜੀ ਅਸਲ ਵਿੱਚ ਸ਼ੰਕੇ ਦਾ ਆਉਣਾ ਸੁਭਾਵਿਕ ਹੈ, ਪਰ ਜਦੋਂ ਸ਼ੰਕਾ ਨਿਰ ਉੱਤਰ ਹੋ ਜਾਵੇ ਤਾਂ ਫਿਰ ਗੁਰੂ ਦੀ ਗੱਲ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਉਂਕਿ ਜਦੋਂ ਮਨ ਵਿੱਚ ਸਵਾਲ ਆਵੇ ਉਹਦਾ ਉੱਤਰ ਮਿਲ ਜਾਵੇ ਮਨੁੱਖ ਨੂੰ ਝੁਕ ਜਾਣਾ ਚਾਹੀਦਾ ਹੈ, ਕਿਉਂਕਿ ਗੁਰੂ ਦੇ ਅਨੁਸਾਰ ਹੀ ਜੀਵਨ ਨੂੰ ਬਤੀਤ ਕਰਨਾ ਚਾਹੀਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਨੇ ਜੀਵਨ ਦੇ ਗੁਰਤਾ ਗੱਦੀ ਤੇ ਬੈਠ ਕੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਹਨ। ਬਖਸ਼ਿਸ਼ਾਂ ਵਰਤਾਉਂਦੇ ਗਏ ਤੇ ਸਮਾਂ ਆ ਗਿਆ ਸਰੀਰ ਨੂੰ ਤਿਆਗਣ ਦਾ। ਸਤਿਗੁਰੂ ਜੀ ਨੇ ਵੀ ਪ੍ਰੀਖਿਆ ਪਾਈ ਹੈ ਆਪਣੇ ਤਿੰਨਾਂ ਪੁੱਤਰਾਂ ਦੇ ਵਿੱਚ, ਕਿਉਂਕਿ ਇਸ ਵਾਰ ਗੱਦੀ ਹੁਣ ਘਰ ਵਿੱਚ ਰਹਿਣੀ ਹੈ। ਕਿਉਂਕਿ ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਬਖਸ਼ਿਸ਼ ਲਈ ਸੀ ਕਿ ਸਤਿਗੁਰੂ ਪਿਤਾ ਜੀ ਗੁਰੂ ਨਾਨਕ ਦੀ ਜੋਤ ਸਾਡੇ ਘਰ ਦੇ ਵਿੱਚ ਹੀ ਰਵੇ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਸੀ ਬੀਬੀ ਭਾਨੀ ਨੂੰ ਕਿ ਗੁਰੂ ਨਾਨਕ ਦੀ ਜੋਤ ਤੁਹਾਡੇ ਘਰ ਦੇ ਵਿੱਚ ਹੀ ਰਵੇਗੀ। ਜਿਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਲਈ ਹੈ। 2 ਪੁੱਤਰ ਫੇਲ ਹੋਏ ਹਨ, ਨਾ ਕਰ ਦਿੱਤੀ ਹੈ। ਛੋਟਾ ਪੁੱਤਰ ਗੁਰੂ ਅਰਜਨ ਪਾਤਸ਼ਾਹ ਉਹ ਪ੍ਰੀਖਿਆ ਚੋਂ ਪਾਸ ਹੋਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਦੇ ਮਾਲਕ ਬਣੇ ਹਨ। ਤੇ ਮਾਲਕ ਬਣਾਉਣ ਤੋਂ ਬਾਅਦ ਪ੍ਰਿਥੀ ਚੰਦ ਨੇ ਵਿਰੋਧ ਕੀਤਾ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਪਰਿਵਾਰ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ ਹਨ। ਤੇ ਅਗਲੇ ਹੀ ਦਿਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਰੀਰਕ ਚੋਲਾ ਤਿਆਗ ਦਿੱਤਾ 1581 ਈਸਵੀ ਨੂੰ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ 1581 ਨੂੰ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣੇ ਹਨ। ਤੇ ਗੁਰੂ ਰਾਮਦਾਸ ਪਾਤਸ਼ਾਹ 1581 ਨੂੰ ਜੋਤੀ ਜੋਤ ਸਮਾਏ ਹਨ। ਤੇ ਜਦੋਂ ਬਾਣੀ ਨੂੰ ਪੜ੍ਹਦੇ ਹਾਂ ਤੇ ਪ੍ਰਿਥੀ ਚੰਦ ਨੇ ਰੌਲਾ ਪਾ ਦਿੱਤਾ, ਵੇਖੋ ਸੰਸਾਰ ਦੇ ਲੋਕੋ, ਗੱਦੀ ਮਿਲਦੀ ਦੇਰ ਸੀ ਛੋਟੇ ਭਰਾ ਨੂੰ, ਗੋਇੰਦਵਾਲ ਸਾਹਿਬ ਖੜ ਕੇ ਮੇਰੇ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਤੇ ਗੁਰਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਭੱਟ ਸਾਹਿਬਾਂ ਦਾ। ਭੱਟ ਸਾਹਿਬਾ ਕਹਿੰਦੇ ਹਨ ਕਿ ਪ੍ਰਿਥੀ ਚੰਦ ਝੂਠ ਬੋਲਦਾ ਹੈ, ਜਿਹੜਾ ਕਹਿੰਦਾ ਗੁਰੂ ਨੂੰ ਮਾਰ ਦਿੱਤਾ, ਗੁਰੂ ਮਰ ਗਿਆ। ਅਸਲ ਵਿੱਚ ਗੁਰੂ ਮਰਦਾ ਨਹੀਂ ਹੁੰਦਾ, ਕਿਉਂਕਿ ਸਰੀਰ ਜਿਹੜਾ ਵਾ ਨਾਸ਼ ਹੁੰਦਾ ਹੈ, ਗੁਰੂ ਦੀ ਜੋਤ ਜਿਹੜੀ ਉਹ ਅਮਰ ਰਹਿੰਦੀ ਹੈ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ, ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਕਿਹੜਾ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਨਹੀਂ ਮਰ ਗਏ ਹਨ। ਗੁਰੂ ਰਾਮਦਾਸ ਪਾਤਸ਼ਾਹ ਤੇ ਅੱਜ ਵੀ ਸ਼ਬਦ ਦੇ ਵਿੱਚ ਬੈਠ ਕੇ ਬਖਸ਼ਿਸ਼ਾਂ ਵਰਤਾ ਰਹੇ ਹਨ। ਗੁਰੂ ਰਾਮਦਾਸ ਪਾਤਸ਼ਾਹ 1581 ਨੂੰ ਜੋਤੀ ਜੋਤ ਸਮਾਏ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਮਾਲਕ ਬਣੇ ਹਨ। ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਵੀ ਉਸੇ ਤਰੀਕੇ ਨਾਲ ਬਖਸ਼ਿਸ਼ਾਂ ਵਰਤਾਉਂਦੇ ਹਨ ਜਿਸ ਤਰੀਕੇ ਨਾਲ ਸਰੀਰਕ ਜਾਮੇ ਵਿੱਚ ਵਰਤਾਉਂਦੇ ਸਨ। ਸੋ ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਤੇ ਉਹਦਾ ਢੰਗ ਤਰੀਕਾ ਹੈ ਨਿਮਰਤਾ, ਉਹਦਾ ਢੰਗ ਤਰੀਕਾ ਹੰਕਾਰ ਨੂੰ ਦੂਰ ਕਰੀਏ ਅਤੇ ਨਿਮਰਤਾ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਚੇਤੇ ਕਰੀਏ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਬਖਸ਼ਿਸ਼ਾਂ ਦੇ ਮੀਂਹ ਵਰਸਾਉਂਦੇ ਹਨ। ਸਤਿਗੁਰੂ ਕਿਰਪਾ ਕਰਨ। ਇਹ 2 ਦੀਵਾਨਾਂ ਵਿੱਚ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਸੰਖੇਪ ਰੂਪ ਵਿੱਚ ਵਿਚਾਰਿਆ ਹੈ। ਸਤਿਗੁਰੂ ਕਿਰਪਾ ਕਰਨ, ਆਪਣੇ ਚਰਨਾਂ ਦੇ ਧੂਰੀ ਬਖਸ਼ ਕੇ ਸਾਡਾ ਵੀ ਜੀਵਨ ਸਫਲਾ ਕਰਨਾ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।